ਪਿਆਰੇ ਬੱਚਿਓ, ਇਸ ਵੀਡੀਓ ਲੈਕਚਰ ਵਿੱਚ ਆਪਾਂ ਈਡੀਅਮਸ ਕਰਾਂਗੇ ਜੋ ਕਿ 10th ਕਲਾਸ ਦੇ ਗ੍ਰਾਮਰ ਦੇ ਜੋ ਵੋਕੈਬਲਰੀ ਪਾਰਟ ਹੈ ਉਸ ਦਾ ਇੱਕ ਹਿੱਸਾ ਹਨ ਈਡੀਅਮਸ। ਈਡੀਅਮਸ ਹੁੰਦਾ ਬੇਟਾ ਮੁਹਾਵਰੇ। ਜਿਸ ਤਰ੍ਹਾਂ ਪੰਜਾਬੀ ਵਿੱਚ ਵੀ ਤੁਸੀਂ ਮੁਹਾਵਰੇ ਕਰਦੇ ਹੋ। ਈਡੀਅਮਸ ਕੀ ਹੁੰਦਾ ਹੈ? ਮੁਹਾਵਰੇ। ਇੰਗਲਿਸ਼ ਵਿੱਚ ਇਹਨਾਂ ਨੂੰ ਈਡੀਅਮਸ ਕਹਿ ਦਿੱਤਾ ਜਾਂਦਾ ਹੈ। ਦੇਖੋ ਕੀ ਹੁੰਦੇ ਹਨ ਇਹ ਈਡੀਅਮਸ। ਸ਼ਬਦਾਂ ਦੇ ਅਜਿਹੇ ਸਮੂਹ ਨੂੰ ਈਡੀਅਮ ਜਾਂ ਮੁਹਾਵਰਾ ਕਿਹਾ ਜਾਂਦਾ ਹੈ ਜਿਸ ਦਾ ਅਰਥ ਉਸਦੇ ਅਲੱਗ-ਅਲੱਗ ਸ਼ਬਦਾਂ ਤੋਂ ਸਪਸ਼ਟ ਨਾ ਹੋਵੇ, ਬਲਕਿ ਪੂਰੇ ਸਮੂਹ ਨੂੰ ਹੀ ਯਾਦ ਕਰਨਾ ਜਾਂ ਉਸਦੇ ਅਰਥ ਜਾਣਨਾ ਹੁੰਦਾ ਹੋਵੇ। ਇਸ ਤਰ੍ਹਾਂ ਦੇ ਕੁਝ ਸ਼ਬਦ ਸਮੂਹ ਈਡੀਅਮਸ ਹੇਠਾਂ ਦਿੱਤੇ ਜਾ ਰਹੇ ਹਨ। ਕੀ ਕਹਿ ਰਹੇ ਹਨ ਬੇਟਾ ਇਸ ਵਿੱਚ ਕਿ ਜੋ ਇਹ ਸ਼ਬਦ ਦਿੱਤੇ ਹੋਏ ਹਨ ਦੋ, ਇਹਨਾਂ ਨੂੰ ਜੇਕਰ ਆਪਾਂ ਇਕੱਲੇ-ਇਕੱਲੇ ਪੜ੍ਹੀਏ ਤਾਂ ਇਸ ਦਾ ਮੀਨਿੰਗ ਕੀ ਨਿਕਲਦਾ ਹੈ? ਅਵੱਬ ਹੁੰਦਾ ਉੱਪਰ, ਬੋਰਡ ਕੀ ਹੁੰਦਾ ਕੋਈ ਫੱਟਾ ਵਗੈਰਾ ਬੋਰਡ। ਪਰ ਇਸ ਤਰ੍ਹਾਂ ਅਸੀਂ ਇਸ ਦਾ ਮੀਨਿੰਗ ਨਹੀਂ ਕੱਢਣਾ। ਇਸ ਦਾ ਮੀਨਿੰਗ ਕੀ ਹੈ? ਅਵੱਬ ਬੋਰਡ। ਇਹ ਕੀ ਹੈ? ਇਸ ਦਾ ਮੀਨਿੰਗ ਸਪਸ਼ਟ ਅਤੇ ਇਮਾਨਦਾਰ। ਇਸ ਤਰ੍ਹਾਂ ਇਸ ਦਾ ਅਰਥ ਅਸੀਂ ਯਾਦ ਰੱਖਣਾ ਹੈ। ਇਹੀ ਕੀ ਹੈ ਲਿਖਿਆ ਹੈ ਨਾ ਇੱਥੇ, ਜਿਸ ਦਾ ਅਰਥ ਉਸਦੇ ਅਲੱਗ-ਅਲੱਗ ਸ਼ਬਦਾਂ ਤੋਂ ਸਪਸ਼ਟ ਨਾ ਹੁੰਦਾ ਹੋਵੇ, ਬਲਕਿ ਪੂਰੇ ਸਮੂਹ ਨੂੰ ਹੀ ਯਾਦ ਕਰਨਾ। ਇਸ ਪੂਰੇ ਸਮੂਹ ਨੂੰ ਹੀ ਅਸੀਂ ਯਾਦ ਰੱਖਣਾ ਹੈ। ਅਵੱਬ ਬੋਰਡ, ਸਪਸ਼ਟ ਅਤੇ ਇਮਾਨਦਾਰ। ਉਸ ਤੋਂ ਅੱਗੇ ਬੇਟਾ ਤੁਸੀਂ ਇਸ ਦਾ ਇੱਕ ਸੈਂਟੈਂਸ ਬਣਾਉਣਾ ਹੋਵੇਗਾ। ਸੈਂਟੈਂਸ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਬਣਾ ਸਕਦੇ ਹੋ, ਪਰ ਇੱਥੇ ਜੋ ਸੈਂਟੈਂਸ ਦਿੱਤੇ ਹੋਏ ਹਨ ਮੈਂ ਤੁਹਾਨੂੰ ਉਹਨਾਂ ਦੀ ਪੰਜਾਬੀ ਕਰਕੇ ਦੇਵਾਂਗਾ ਤੇ ਇਹਨਾਂ ਨੂੰ ਸਮਝਣ ਦੀ ਬੇਟਾ ਕੋਸ਼ਿਸ਼ ਕਰੋ। ਅਵੱਬ ਬੋਰਡ, ਸਪਸ਼ਟ ਅਤੇ ਇਮਾਨਦਾਰ। This shopkeeper is above board in his dealings. ਇਹ ਦੁਕਾਨਦਾਰ ਸਪਸ਼ਟ ਅਤੇ ਇਮਾਨਦਾਰ ਹੈ ਆਪਣੀ ਡੀਲਿੰਗਸ ਦੇ ਵਿੱਚ। ਡੀਲਿੰਗ ਕੀ ਹੁੰਦਾ ਬੇਟਾ? ਜੋ ਕਿਸੇ ਨਾਲ ਅਸੀਂ ਲੈਣ ਦੇਣ ਕਰਦੇ ਹਾਂ ਉਸਨੂੰ ਡੀਲਿੰਗਸ ਕਹਿ ਦਿੰਦੇ ਹਨ। ਜਾਂ ਤੁਸੀਂ ਕੋਈ ਵੀ ਸੈਂਟੈਂਸ ਬਣਾ ਸਕਦੇ ਸੀ, ਮਾਈ ਫਰੈਂਡ ਰਾਮ ਇਜ਼ ਅਬਵ ਬੋਰਡ। ਮੇਰਾ ਮਿੱਤਰ ਰਾਮ ਅਬਵ ਬੋਰਡ ਹੈ, ਸਪਸ਼ਟ ਅਤੇ ਇਮਾਨਦਾਰ ਹੈ। ਇਨ ਹਿਜ਼ ਡੀਲਿੰਗਸ, ਇਸ ਤਰ੍ਹਾਂ ਵੀ ਲਿਖ ਸਕਦੇ ਸੀ। ਨੈਕਸਟ ਹੈ ਐਡਮਸ ਏਲ, ਸਾਦਾ ਅਤੇ ਸ਼ੁੱਧ ਪਾਣੀ। ਸੈਂਟੈਂਸ ਕੀ ਹੈ? ਐਡਮਸ ਏਲ ਇਜ਼ ਵੈਰੀ ਨੈਸੈਸਰੀ ਫॉर ਗੁੱਡ ਹੈਲਥ। ਸਾਦਾ ਅਤੇ ਸ਼ੁੱਧ ਪਾਣੀ ਬਹੁਤ ਜ਼ਰੂਰੀ ਹੈ ਚੰਗੀ ਸਿਹਤ ਦੇ ਲਈ। ਹੁਣ ਇਹਦੀ ਥਾਂ ਤੇ ਜੇਕਰ ਹੋਰ ਸੌਖਾ ਸੈਂਟੈਂਸ ਲਿਖਣਾ ਚਾਹੋ ਤਾਂ ਇਸ ਤਰ੍ਹਾਂ ਲਿਖ ਸਕਦੇ ਹੋ, ਵੀ ਸ਼ੁੱਡ ਡਰਿੰਕ ਐਡਮਸ ਏਲ। ਸਾਨੂੰ ਸਾਦਾ ਅਤੇ ਸ਼ੁੱਧ ਪਾਣੀ ਪੀਣਾ ਚਾਹੀਦਾ ਹੈ। ਇਸ ਦਾ ਮਤਲਬ ਵੀ ਇਹੀ ਨਿਕਲਿਆ ਆਵੇਗਾ। ਇਸ ਤਰ੍ਹਾਂ ਬੇਟਾ ਤੁਸੀਂ ਕੋਈ ਸੌਖਾ ਸੈਂਟੈਂਸ ਵੀ ਬਣਾ ਸਕਦੇ ਹੋ। ਨੈਕਸਟ ਹੈ ਐਨ ਆਈ ਵਾਸ਼, ਸਿਰਫ ਬਹਾਨਾ। ਇਸ ਦਾ ਮਤਲਬ ਕੀ ਹੈ? ਸਿਰਫ ਬਹਾਨਾ। ਇਹਨੂੰ ਇਕੱਲੇ ਸ਼ਬਦ ਦੀ ਤੁਸੀਂ ਪੰਜਾਬੀ ਨਹੀਂ ਕਰਨੀ। ਜਿਵੇਂ ਐਨ ਤਾਂ ਇੱਕ ਹੈ, ਆਈ ਵਾਸ਼ ਕੀ ਹੈ? ਅੱਖ ਧੋਣਾ, ਇੱਕ ਅੱਖ ਧੋਣਾ। ਇਸ ਤਰ੍ਹਾਂ ਨਹੀਂ ਹੈ। ਤੁਸੀਂ ਯਾਦ ਕੀ ਰੱਖਣਾ ਇਸ ਨੂੰ? ਐਨ ਆਈ ਵਾਸ਼ ਕੀ ਚੀਜ਼ ਹੈ? ਇਹ ਸਿਰਫ ਬਹਾਨਾ। ਇਹਨਾਂ ਨੂੰ ਹੀ ਬੇਟਾ ਮੁਹਾਵਰੇ ਕਿਹਾ ਜਾਂਦਾ। ਦਿਸ ਇਨਕੁਆਇਰੀ ਇਜ਼ ਓਨਲੀ ਐਨ ਆਈ ਵਾਸ਼। ਇਹ ਇਨਕੁਆਇਰੀ ਹੈ ਜੋ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਕੇਵਲ ਇੱਕ ਆਈ ਵਾਸ਼ ਹੈ। ਨਥਿੰਗ ਵਿਲ ਕਮ ਆਊਟ ਆਫ ਇਟ। ਇਸ ਵਿੱਚੋਂ ਕੁਝ ਵੀ ਨਹੀਂ ਨਿਕਲੇਗਾ। ਜਿਵੇਂ ਮੰਨ ਲਓ ਕੋਈ ਚੋਰੀ ਹੋ ਗਈ ਅਤੇ ਉਸ ਦੀ ਇਨਕੁਆਇਰੀ ਕੀਤੀ ਜਾ ਰਹੀ ਹੈ, ਕੋਈ ਪੁਲਿਸ ਦੁਆਰਾ ਜਾਂ ਕਿਸੇ ਹੋਰ ਦੁਆਰਾ ਇਨਕੁਆਇਰੀ ਕੀਤੀ ਜਾ ਰਹੀ ਹੈ ਤੇ ਸਾਨੂੰ ਪਤਾ ਹੈ ਕਿ ਇਸ ਇਨਕੁਆਇਰੀ ਦੇ ਵਿੱਚੋਂ ਕੁਝ ਵੀ ਨਹੀਂ ਨਿਕਲੇਗਾ, ਇਹਨਾਂ ਨੇ ਕੋਈ ਵੀ ਰਿਜ਼ਲਟ ਸਾਨੂੰ ਨਹੀਂ ਦੇਣਾ, ਤਾਂ ਅਸੀਂ ਇਹ ਗੱਲ ਕਹਿ ਸਕਦੇ ਹਾਂ, ਦਿਸ ਇਨਕੁਆਇਰੀ ਇਜ਼ ਓਨਲੀ ਐਨ ਆਈ ਵਾਸ਼, ਨਥਿੰਗ ਵਿਲ ਕਮ ਆਊਟ ਆਫ ਇਟ। ਇਸ ਵਿੱਚੋਂ ਕੁਝ ਵੀ ਨਹੀਂ ਨਿਕਲੇਗਾ। ਇਹ ਤਾਂ ਸਿਰਫ ਇੱਕ ਆਈ ਵਾਸ਼ ਹੀ ਹੈ। ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ, ਅੱਖਾਂ ਪੂੰਝਣ ਵਾਲੀ ਗੱਲ ਹੀ ਹੈ। ਐਟ ਪਾਰ, ਐਟ ਪਾਰ ਹੁੰਦਾ ਬੇਟਾ ਬਰਾਬਰ। ਡੈਥ ਟਰੀਟਸ ਦਾ ਰਿਚ ਐਂਡ ਦਾ ਪੂਅਰ ਐਟ ਪਾਰ। ਮੌਤ ਅਮੀਰਾਂ ਅਤੇ ਗਰੀਬਾਂ ਨਾਲ ਬਰਾਬਰ ਵਿਵਹਾਰ ਕਰਦੀ ਹੈ। ਟਰੀਟਸ ਹੁੰਦਾ ਬੇਟਾ ਵਿਵਹਾਰ ਕਰਨਾ। ਇਨ ਦਾ ਏਅਰ, ਸਭ ਜਗ੍ਹਾ ਉੱਤੇ ਮਹਿਸੂਸ ਹੋਣਾ। ਇਨ ਦਾ ਏਅਰ ਕੀ ਹੈ? ਸਭ ਜਗ੍ਹਾ ਉੱਤੇ ਮਹਿਸੂਸ ਹੋਣਾ।
ਇਹ ਲਿਖ ਸਕਦੇ ਹੋ ਬੇਟੇ, ਜਿਵੇਂ ਲਿਖਿਆ ਇਹਨਾਂ ਨੇ, ਟੈਰੋਰਿਜ਼ਮ ਇਜ਼ ਇਨ ਦਾ ਏਅਰ ਆਲ ਓਵਰ ਦਾ ਵਰਲਡ, ਜੋ ਆਤੰਕਵਾਦ ਹੈ ਉਹ ਸਾਰੇ ਸੰਸਾਰ ਵਿੱਚ ਹੀ ਹੈ। ਜਾਂ ਤੁਸੀਂ ਇਹ ਵੀ ਲਿਖ ਸਕਦੇ ਸੀ, ਗੋਡ ਇਜ਼ ਇਨ ਦਾ ਏਅਰ ਆਲ ਓਵਰ ਦਾ ਵਰਲਡ, ਪਰਮਾਤਮਾ ਸਾਰੇ ਸੰਸਾਰ ਵਿੱਚ ਹੀ ਹੈ, ਸਭ ਜਗ੍ਹਾ ਮਹਿਸੂਸ ਹੋਣ ਵਾਲਾ ਹੈ। ਆਲ ਇਨ ਆਲ ਹੁੰਦਾ ਬੇਟਾ ਕਰਤਾ ਧਰਤਾ। ਆਵਰ ਫਾਦਰ ਇਜ਼ ਆਲ ਇਨ ਆਵਰ ਫੈਮਲੀ, ਸਾਡਾ ਪਿਤਾ ਕਰਤਾ ਧਰਤਾ ਹੈ ਸਾਡੇ ਪਰਿਵਾਰ ਦੇ ਵਿੱਚ। ਕੋਈ ਵੀ ਲਿਖ ਸਕਦੇ ਸੀ, ਮਾਈ ਮਦਰ ਵੀ ਲਿਖ ਸਕਦੇ ਸੀ, ਮਾਈ ਬ੍ਰਦਰ ਵੀ ਲਿਖ ਸਕਦੇ ਸੀ, ਕੋਈ ਵੀ ਲਿਖ ਸਕਦੇ ਹੋ ਬੇਟਾ। ਇੱਕ ਸੈਂਟੈਂਸ ਤੁਸੀਂ ਬਣਾਉਣਾ, ਸਿਰਫ ਤੁਹਾਨੂੰ ਮੀਨਿੰਗ ਪਤਾ ਹੋਣਾ ਚਾਹੀਦਾ ਹੈ ਕਿ ਆਲ ਇਨ ਆਲ ਕੀ ਹੁੰਦਾ ਹੈ, ਕਰਤਾ ਧਰਤਾ। ਕਰਤਾ ਧਰਤਾ ਹੁੰਦਾ ਬੇਟਾ ਜੋ ਪੂਰੇ ਪਰਿਵਾਰ ਦੇ ਵਿੱਚ ਜਾਂ ਕਿਤੇ ਵੀ ਪੂਰੇ ਫੈਸਲੇ ਲੈਣ ਦੀ ਜਿਸ ਨੂੰ ਕੀ ਹੁੰਦੀ ਹੈ, ਪਾਵਰ ਹੁੰਦੀ ਹੈ, ਜਿਸ ਕੋਲ ਸਾਰੇ ਫੈਸਲੇ ਉਹੀ ਲੈਂਦਾ ਹੈ, ਉਸ ਨੂੰ ਅਸੀਂ ਕਰਤਾ ਧਰਤਾ ਕਹਿ ਦਿੰਦੇ ਹਾਂ। ਐਟ ਅ ਡਿਸਕਾਊਂਟ, ਘੱਟ ਦਾਮ ਤੇ, ਘੱਟ ਰੇਟ ਤੇ, ਐਟ ਅ ਡਿਸਕਾਊਂਟ। ਦੇਖੋ ਬੇਟਾ ਸ਼ਬਦਾਂ ਤੋਂ ਹੀ ਕਾਫੀ ਕਲੀਅਰ ਹੋ ਰਿਹਾ, ਐਟ ਅ ਡਿਸਕਾਊਂਟ, ਘੱਟ ਦਾਮ ਉੱਤੇ। ਦੇ ਆਰ ਸੈਲਿੰਗ ਐਵਰੀਥਿੰਗ ਐਟ ਅ ਡਿਸਕਾਊਂਟ, ਉਹ ਹਰ ਇੱਕ ਚੀਜ਼ ਡਿਸਕਾਊਂਟ ਉੱਤੇ ਵੇਚ ਰਹੇ ਹਨ। ਪ੍ਰੈਜ਼ੈਂਟ ਕੰਟੀਨਿਊਸ ਵਿੱਚ ਲਿਖਿਆ ਹੋਇਆ, ਦੇ ਆਰ ਸੈਲਿੰਗ ਐਵਰੀਥਿੰਗ ਐਟ ਅ ਡਿਸਕਾਊਂਟ। ਨੈਕਸਟ ਹੈ ਐਪਲ ਆਫ ਵਨਸ ਆਈ, ਅੱਖਾਂ ਦਾ ਤਾਰਾ। ਇਹਦਾ ਬੇਟਾ ਸੌਖਾ ਜਿਹਾ ਸੈਂਟੈਂਸ ਇਹ ਬਣਾ ਸਕਦੇ ਹੋ, ਰਾਮ ਇਜ਼ ਐਪਲ ਆਫ ਹਿਜ਼ ਪੇਰੈਂਟਸ ਆਈਜ਼, ਰਾਮ ਆਪਣੇ ਮਾਤਾ ਪਿਤਾ ਦੀਆਂ ਅੱਖਾਂ ਦਾ ਤਾਰਾ ਹੈ। ਜਾਂ the only son was the apple of his parents eye, ਇਕਲੌਤਾ ਪੁੱਤਰ ਆਪਣੇ ਮਾਤਾ ਪਿਤਾ ਦੀਆਂ ਅੱਖਾਂ ਦਾ ਤਾਰਾ ਸੀ। the only son ਕੀ ਹੁੰਦਾ ਬੇਟਾ, ਇਕਲੌਤਾ ਪੁੱਤਰ। ਐਪਲ ਆਫ ਡਿਸਕॉर्ड ਕੀ ਹੁੰਦਾ ਹੈ, ਝਗੜੇ ਦਾ ਕਾਰਨ। ਕਸ਼ਮੀਰ ਹੈਜ਼ ਬਿਕਮ ਐਨ ਐਪਲ ਆਫ ਡਿਸਕॉर्ड ਬਿਟਵੀਨ ਇੰਡੀਆ ਐਂਡ ਪਾਕਿਸਤਾਨ, ਕਸ਼ਮੀਰ ਬਣ ਚੁੱਕਾ ਹੈ। ਪ੍ਰੈਜ਼ੈਂਟ ਪਰਫੈਕਟ ਵਿੱਚ ਲਿਖਿਆ ਹੋਇਆ ਬੇਟਾ, ਹੈਜ਼ ਹੈ ਪਲੱਸ ਥਰਡ ਫਾਰਮ ਲੱਗ ਜਾਵੇ ਜਦ ਪ੍ਰੈਜ਼ੈਂਟ ਪਰਫੈਕਟ ਟੈਂਸ ਹੁੰਦਾ ਹੈ ਉਹ। ਕਸ਼ਮੀਰ ਹੈਜ਼ ਬਿਕਮ ਐਨ ਐਪਲ ਆਫ ਡਿਸਕॉर्ड, ਝਗੜੇ ਦਾ ਕਾਰਨ, ਬਿਟਵੀਨ ਇੰਡੀਆ ਐਂਡ ਪਾਕਿਸਤਾਨ, ਕਸ਼ਮੀਰ ਇੰਡੀਆ ਅਤੇ ਪਾਕਿਸਤਾਨ ਵਿੱਚ ਝਗੜੇ ਦਾ ਕਾਰਨ ਬਣ ਚੁੱਕਾ ਹੈ। ਤੁਸੀਂ ਯਾਦ ਰੱਖਣਾ ਬੇਟਾ, ਐਪਲ ਆਫ ਡਿਸਕॉर्ड ਕੀ ਚੀਜ਼ ਹੈ, ਝਗੜੇ ਦਾ ਕਾਰਨ। ਆਲ ਗ੍ਰੀਕ, ਕੁਝ ਸਮਝ ਨਾ ਆਉਣਾ। ਹੀ ਸਪੋਕ ਇਨ ਇੰਗਲਿਸ਼, ਉਹ ਇੰਗਲਿਸ਼ ਵਿੱਚ ਬੋਲਿਆ। ਵਿਚ ਵਾਜ਼ ਆਲ ਗ੍ਰੀਕ ਟੂ ਦਾ ਵਿਲੇਜਰਸ, ਜੋ ਕਿ ਹੈ ਬਿਲਕੁਲ ਗ੍ਰੀਕ ਹੀ ਸੀ, ਕਿਸ ਦੇ ਲਈ, ਵਿਲੇਜਰਸ ਦੇ ਲਈ, ਪਿੰਡ ਵਾਸੀਆਂ ਲਈ। ਜਾਂ ਟੂ ਮੀ ਵੀ ਲਿਖ ਸਕਦੇ ਸੀ ਤੁਸੀਂ, ਮੇਰੇ ਲਈ। ਅਗਲਾ ਬੇਟਾ ਐਟ ਆ ਸਟ੍ਰੈਚ, ਲਗਾਤਾਰ। ਸ਼ੀ ਕੈਨ ਸਪੀਕ ਫॉर ਆਵਰਸ ਐਟ ਅ ਸਟ੍ਰੈਚ, ਉਹ ਬੋਲ ਸਕਦੀ ਹੈ ਕਈ ਘੰਟੇ। ਐਟ ਅ ਸਟ੍ਰੈਚ ਹੁੰਦਾ ਹੈ ਬੇਟਾ ਲਗਾਤਾਰ। ਕੈਨ ਹੁੰਦਾ ਬੇਟਾ ਸਕਦਾ ਹੈ, ਸਕਦੀ ਹੈ, ਯੋਗਤਾ ਦੇ ਲਈ ਲੱਗਦਾ ਇਹ ਕੈਨ। ਕੁੱਡ ਲੱਗਿਆ ਹੋਵੇ ਬੇਟਾ, ਉਸ ਦਾ ਮੀਨਿੰਗ ਹੁੰਦਾ ਹੈ ਸਕਦਾ ਸੀ, ਸਕਦੀ ਸੀ। ਕੈਨ ਪ੍ਰੈਜ਼ੈਂਟ ਲਈ ਲੱਗਦਾ ਹੈ, ਕੁੱਡ ਪਾਸਟ ਲਈ ਲੱਗਦਾ। ਐਟ ਅ ਲੋਐਬ, ਪਤਨ ਦੀ ਦਿਸ਼ਾ ਵਿੱਚ। ਮੋਰੈਲਿਟੀ ਇਜ਼ ਐਟ ਅ ਲੋਐਬ ਦੀਜ਼ ਡੇਜ਼, ਜੋ ਨੈਤਿਕਤਾ ਹੈ ਉਹ ਪਤਨ ਦੀ ਦਿਸ਼ਾ ਵੱਲ ਹੈ ਅੱਜ ਕੱਲ੍ਹ। ਜਾਂ ਤੁਸੀਂ ਓਨੈਸਟੀ ਵੀ ਲਿਖ ਸਕਦੇ ਹੋ, ਓਨੈਸਟੀ ਇਜ਼ ਐਟ ਅ ਲੋਐਬ ਦੀਜ਼ ਡੇਜ਼, ਇਮਾਨਦਾਰੀ ਪਤਨ ਦੀ ਦਿਸ਼ਾ ਵੱਲ ਹੈ, ਮੀਨਿੰਗ ਘਟ ਰਹੀ ਹੈ ਅੱਜ ਕੱਲ੍ਹ, ਇਹਨਾਂ ਦਿਨਾਂ ਵਿੱਚ ਜਾਂ ਅੱਜ ਕੱਲ੍ਹ। ਐਜ਼ ਈਜ਼ੀ ਐਜ਼ ABC, ਇੰਨਾ ਸੌਖਾ ਜਿਵੇਂ ਕਿ ABC। ABC ਬੇਟਾ ਸੌਖੀ ਹੁੰਦੀ ਹੈ ਨਾ, ਇਸੇ ਲਈ ਇਹ ਇੱਕ ਮੁਹਾਵਰਾ ਹੀ ਬਣ ਚੁੱਕਾ ਹੈ, ਐਜ਼ ਈਜ਼ੀ ਐਜ਼ ABC, ਬਹੁਤ ਆਸਾਨ। ਮੈਥੇਮੈਟਿਕਸ ਫॉर ਮੀ ਇਜ਼ ਨਾਟ ਡਿਫਿਕਲਟ, ਮੈਥੇਮੈਟਿਕਸ ਮੇਰੇ ਲਈ ਔਖਾ ਨਹੀਂ ਹੈ। ਇਟ ਇਜ਼ ਐਜ਼ ਈਜ਼ੀ ਐਜ਼ ABC, ਇਹ ਇੰਨਾ ਸੌਖਾ ਹੈ ਜਿਵੇਂ ਕਿ ABC। ਬੇਟਾ ਜੋ ਵੀ ਸਬਜੈਕਟ ਤੁਹਾਨੂੰ ਸੌਖਾ ਲੱਗਦਾ ਹੈ ਉਹ ਲਿਖ ਸਕਦੇ ਹੋ, ਜਾਂ ਜੋ ਵੀ ਕੰਮ ਤੁਹਾਨੂੰ ਸੌਖਾ ਲੱਗਦਾ ਹੈ ਉਹ ਵੀ ਇੱਥੇ ਲਿਖਿਆ ਜਾ ਸਕਦਾ ਹੈ। ਅਗੇਨ ਐਂਡ ਅਗੇਨ, ਬਾਰ ਬਾਰ। I have warned him again and again,
मैं उसनों चेतावनी दिती है वार-वार, बट ही डज नॉट केयर, पर ਉਹ परवाह नहीं करता। डज नॉट केयर की ਹੁੰਦਾ है? परवाह नहीं करता। नेक्स्ट है बेटा, ऑल ऑफ आ सडन, अचानक। ऑल ऑफ आ सडन की ਹੁੰਦਾ बेटा? अचानक। ही गॉट अप ऑल ऑफ आ सडन, ਉਹ ਉੱਠਿਆ अचानक, एंड लेफ्ट द रूम, ਅਤੇ कमरा ਛੱਡ ਕੇ ਚਲਾ ਗਿਆ। एट लार्ज, फड़िया ना जाना। हर किलर इज स्टिल एट लार्ज, उसका कातिल हाले भी फड़िया नहीं गया है। स्टिल ਹੁੰਦਾ बेटा हाले भी। एट लेंथ, विस्तार नाल, डिटेल विच भी कह दिंदे जिसनों असीं। ही टॉक्ड अबाउट हिज प्रॉब्लम एट लेंथ, उसने अपनी समस्या बारे विस्तार विच गल कीती। बिहाइंड वनस बैक, किसी दी गैर हाजरी विच। यू शुड नॉट अब्यूज हिम बिहाइंड हिज बैक, ਤੁਹਾਨੂੰ ਉਸਨੂੰ ਅਬਿਊਜ਼ ਹੁੰਦਾ बेटा ਗਾਲਾਂ ਕੱਢਣੀਆਂ ਜਾਂ ਕੁਝ ਗਲਤ ਬੋਲਣਾ। ਤੁਹਾਨੂੰ ਉਸਦੀ ਗੈਰ ਹਾਜ਼ਰੀ ਵਿੱਚ ਉਸਨੂੰ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ। ਬਿਹਾਈਂਡ ਹਿਜ਼ ਬੈਕ। ਸ਼ੁੱਡ ਕਦੋਂ ਲਗਾਉਣੇ ਆ बेटा? ਜਦ ਅਸੀਂ ਕਿਸੇ ਨੂੰ ਸਲਾਹ ਦਿੰਨੇ ਆ। ਜਿਵੇਂ ਅਸੀਂ ਇਹ ਕਹਿ ਦਈਏ ਯੂ ਸ਼ੁੱਡ ਬ੍ਰਸ਼ ਡੇਲੀ, ਯੂ ਸ਼ੁੱਡ ਡੂ ਐਕਸਰਸਾਈਜ਼ ਡੇਲੀ, ਐਸੇ ਤਰ੍ਹਾਂ ਹੀ ਕੀ ਹੈ? ਯੂ ਸ਼ੁੱਡ ਨॉट ਅਬਿਊਜ਼ ਹਿਮ ਬਿਹਾਈਂਡ ਹਿਜ਼ ਬੈਕ। ए बेड ऑफ रोजेस, फुल्लां दी सेज। लाइफ इज नॉट अ बेड ऑफ रोजेस फॉर द पुअर, जीवन फुल्लां दी सेज नहीं है गरीबां दे लई। गरीबां नूं बहुत संघर्ष करना पैंदा ना बेटा, इसलिए यह एक मुहावरा बन चुका है कि जीवन जो है वो गरीबां दे लई फुल्लां दी सेज नहीं है। बोरोड प्लम्स, बोरोड प्लम्स की ਹੁੰਦੇ बेटा? उधार लए होए गहने, ਜਾਂ ਭੂਸ਼ਣ ਵੀ ਕਹਿ ਦਿੰਦੇ ਆ, ਉਧਾਰ ਲਏ ਹੋਏ ਗਹਿਣੇ। borrowed plums don't make one rich in the real sense, ਉਧਾਰ ਲਏ ਹੋਏ ਗਹਿਣੇ ਕਿਸੇ ਨੂੰ ਅਸਲ ਵਿੱਚ ਅਮੀਰ ਨਹੀਂ ਬਣਾਉਂਦੇ। okay beta, we will continue this part in our next video lecture. Here we have completed 1 to 20 idioms. Okay, I hope you have understood them, and I will make another video lecture of idioms from 21 to 40. Okay students, goodbye.